हाँ जी, ਗੁੱਡ ਈਵਨਿੰਗ ਟੂ ਵਨ ਐਂਡ ਆਲ ਪ੍ਰੈਜ਼ੈਂਟ ਹੇਅਰ। ਜਿਸ ਚੀਜ਼ ਦਾ ਆਪਾਂ ਨੂੰ ਬਹੁਤ ਹੀ ਜ਼ਿਆਦਾ ਬੇਸਬਰੀ ਨਾਲ ਇੰਤਜ਼ਾਰ ਸੀ, ਉਹ ਚੀਜ਼, ਉਹ ਟਾਈਮ ਜਿਹੜਾ ਹੁਣ ਉਹ ਆ ਚੁੱਕਿਆ ਹੈ। ਅੱਜ ਆਪਣੇ ਸਾਹਮਣੇ ਜਿਹੜਾ PSET ਦਾ ਨੋਟੀਫਿਕੇਸ਼ਨ ਆ ਚੁੱਕਿਆ ਆ, ਠੀਕ ਹੈ, ਜੋ ਆਪਾਂ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਜਿਹੜਾ ਡਿਪਾਰਟਮੈਂਟ ਹੈ PSET ਦਾ ਐਗਜ਼ਾਮ ਹੈ ਉਹ ਕੰਡਕਟ ਕਰਾਏਗਾ। ਉਹ ਐਗਜ਼ਾਮ ਹੁਣ ਹੋਣ ਜਾ ਰਿਹਾ ਹੈ। 1 ਦਸੰਬਰ ਨੂੰ ਡਿਪਾਰਟਮੈਂਟ PSET ਦਾ ਐਗਜ਼ਾਮ ਲੈਣ ਜਾ ਰਿਹਾ ਹੈ, ਜਿਹਦੇ ਰਿਗਾਰਡਿੰਗ ਹੁਣ ਆਪਣੇ ਕੋਲ ਸਮਾਂ ਬਹੁਤ ਘੱਟ ਹੈ, ਲੇਕਿਨ ਇਸ ਬਹੁਤ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਏਗੀ ਤਾਂ ਜੋ ਆਪਣਾ ਜਿਹੜਾ ਫਿਊਚਰ ਹੈ ਉਹ ਸਿਕਿਉਰ ਹੋ ਸਕੇ, ਆਪਣਾ ਇਹ ਐਗਜ਼ਾਮ ਹੈ ਉਹ ਕਲੀਅਰ ਹੋ ਸਕੇ, ਕ੍ਰੈਕ ਹੋ ਸਕੇ। ਠੀਕ ਹੈ, ਤਾਂ ਬਹੁਤ ਜ਼ਿਆਦਾ ਮਿਹਨਤ ਦੀ ਸ਼ੁਰੂਆਤ ਆਪਾਂ ਅੱਜ ਦੀ ਕਲਾਸ ਤੋਂ ਕਰਨ ਜਾ ਰਹੇ ਹਾਂ। ਤਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਕੀ ਸਟਾਰਟ ਕਰਨ ਜਾ ਰਹੇ ਹਾਂ, ਜਿਵੇਂ ਕਿ ਤੁਹਾਡੇ ਸਾਹਮਣੇ ਸਕਰੀਨ 'ਤੇ ਸ਼ੋ ਹੋ ਰਿਹਾ ਹੈ, ਅੱਜ ਦੀ ਕਲਾਸ ਦੇ ਵਿੱਚ ਆਪਾਂ ਇੰਗਲਿਸ਼ ਸਟਾਰਟ ਕਰਨ ਜਾ ਰਹੇ ਹਾਂ। ਹੁਣ ਜਿਹੜੀ ਗੱਲ ਹੈ ਆਪਾਂ ਦੇਖਣੀ ਹੈ ਕਿ ਇੰਗਲਿਸ਼ ਜਿਹੜੀ ਹੈ ਐਗਜ਼ਾਮ ਵਿੱਚ 30 ਮਾਰਕਸ ਦੀ ਆਉਂਦੀ ਹੈ। ਇੰਗਲਿਸ਼ ਜਿਹੜੀ ਹੈ ਐਗਜ਼ਾਮ ਦੇ ਵਿੱਚ ਆਪਾਂ ਨੂੰ 30 ਮਾਰਕਸ ਦੀ ਆਉਂਦੀ ਹੈ ਟੋਟਲ। ਠੀਕ ਹੈ, ਔਰ ਇਸ 30 ਮਾਰਕਸ ਦੇ ਵਿੱਚੋਂ 15 ਮਾਰਕਸ ਦਾ ਜਿਹੜਾ ਆਪਣੇ ਕੋਲ ਹੁੰਦਾ ਹੈ ਪੈਰਾਗ੍ਰਾਫ। 15 ਮਾਰਕਸ ਦਾ ਆਪਣੇ ਕੋਲ ਕੀ ਹੁੰਦਾ ਹੈ ਪੈਰਾਗ੍ਰਾਫ। 2 ਪੈਰਾਗ੍ਰਾਫ ਆਉਂਦੇ ਨੇ 15 ਮਾਰਕਸ ਦੇ, ਯਾਨੀ ਕਿ ਇੱਕ ਵਿੱਚ 6 ਕੁਐਸਚਨ ਹੁੰਦੇ ਨੇ, ਇੱਕ ਵਿੱਚ ਐਸਟੀਮੇਟ 7 ਕੁਐਸਚਨ ਹੁੰਦੇ ਨੇ, ਅਤੇ 15 ਨੰਬਰ ਦਾ ਜਿਹੜਾ ਇਹਨਾਂ ਦਾ ਬੈਲੈਂਸ ਹੁੰਦਾ ਟੋਟਲ ਦੋਨੋਂ ਪੈਰਾਗ੍ਰਾਫ ਮਿਲ ਕੇ। ਬਾਕੀ ਜੋ 15 ਨੰਬਰ ਪਿੱਛੇ ਬਚੇ ਨੇ ਉਹਦੀ ਆਉਂਦੀ ਹੈ ਪੈਡਾਗੋਜੀ। ਸੇਮ ਸੀਕੁਐਂਸ ਪੰਜਾਬੀ ਵਿੱਚ ਵੀ ਹੁੰਦਾ ਹੈ, ਪੰਜਾਬੀ ਵੀ 30 ਮਾਰਕਸ ਦੀ ਆਉਂਦੀ ਹੈ, ਅਤੇ ਜਿਹਦੇ ਵਿੱਚੋਂ 15 ਨੰਬਰ ਕਾਹਦੇ ਹੁੰਦੇ ਨੇ, ਜੋ ਪੈਰੇ ਦਿੱਤੇ ਹੁੰਦੇ ਨੇ ਉਹਨਾਂ ਦੇ ਹੁੰਦੇ ਨੇ, ਅਤੇ 15 ਨੰਬਰ ਦੀ ਉਹਨਾਂ ਦੀ ਪੈਡਾਗੋਜੀ ਹੁੰਦੀ ਹੈ। ਪੰਜਾਬੀ ਅਤੇ ਇੰਗਲਿਸ਼ ਦੀ ਪੈਡਾਗੋਜੀ ਆਲਮੋਸਟ ਸੇਮ ਹੈ। ਪੈਡਾਗੋਜੀ ਹੁੰਦਾ ਕੀ ਹੈ, ਠੀਕ ਹੈ, ਤਾਂ 15 ਨੰਬਰ ਦੀ ਇਸ ਤਰੀਕੇ ਨਾਲ ਇਹਨਾਂ ਨੇ ਡਿਵੀਜ਼ਨ ਕੀਤੀ ਹੁੰਦੀ ਹੈ। ਤਾਂ 15 + 15 ਮਿਲ ਕੇ 30 ਮਾਰਕਸ ਦਾ ਕੁੱਲ ਆਪਣਾ ਜਿਹੜਾ ਇੰਗਲਿਸ਼ ਦਾ ਪਾਰਟ ਆਉਂਦਾ ਹੈ। ਜੇ ਤੁਸੀਂ, ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦੀ ਹਾਂ ਕਿ ਜੇ ਤੁਸੀਂ ਇਹ ਕਲਾਸਿਸ ਪੂਰੀ ਮਿਹਨਤ ਨਾਲ, ਪੂਰੀ ਲਗਨ ਨਾਲ, ਪੂਰੇ ਸਹੀ ਤਰੀਕੇ ਨਾਲ ਲਗਾਈਆਂ, ਤਾਂ ਮੈਂ ਤੁਹਾਨੂੰ ਇਹ ਗਰੰਟੀ ਨਾਲ ਕਹਿੰਦੀ ਹਾਂ ਕਿ 30 ਵਿੱਚੋਂ 25 ਮਾਰਕਸ, ਅਗਰ ਆਪਾਂ 5 ਨੰਬਰ ਗਲਤੀਆਂ ਦੇ ਕੱਢ ਵੀ ਦਿੰਦੇ ਹਾਂ ਕਿ ਬਾਈ ਚਾਂਸ ਮਿਸਟੇਕ ਹੋ ਜਾਂਦੀ ਹੈ, ਤਾਂ 30 ਵਿੱਚੋਂ 20 ਮਾਰਕਸ ਤੁਹਾਡੇ ਕਿਤੇ ਨਹੀਂ ਗਏ। ਤੁਸੀਂ 25 ਤੋਂ ਘੱਟ ਤੁਹਾਡੇ ਨੰਬਰ ਆ ਹੀ ਨਹੀਂ ਸਕਦੇ, ਵੱਧ ਤਾਂ ਜਿੰਨੇ ਮਰਜ਼ੀ ਲੈ ਲਓ। ਠੀਕ ਹੈ ਜੀ, ਤਾਂ ਅੱਜ ਆਪਾਂ ਕੀ ਹੈ ਪੈਰਾਗ੍ਰਾਫ ਮੈਂ ਤੁਹਾਨੂੰ ਇਹਨਾਂ ਕਲਾਸਿਸ ਵਿੱਚ ਹੀ ਕਰਾਵਾਂਗੀ, ਬਟ ਅੱਜ ਜੋ ਚੀਜ਼ ਆਪਾਂ ਸਟਾਰਟ ਕਰਨ ਜਾ ਰਹੇ ਹਾਂ, ਕੀ ਸਟਾਰਟ ਕਰਨ ਜਾ ਰਹੇ ਹਾਂ, ਇੰਗਲਿਸ਼ ਦੀ ਪੈਡਾਗੋਜੀ ਸਟਾਰਟ ਕਰਨ ਜਾ ਰਹੇ ਹਾਂ। ਜਰਾ ਧਿਆਨ ਦਿਆ ਜੇ, ਅੱਜ ਆਪਾਂ ਕਿਹੜੀ ਚੀਜ਼ ਸਟਾਰਟ ਕਰਨ ਜਾ ਰਹੇ ਹਾਂ, ਇੰਗਲਿਸ਼ ਦੀ ਪੈਡਾਗੋਜੀ ਸਟਾਰਟ ਕਰਨ ਜਾ ਰਹੇ ਹਾਂ। ਔਰ ਇੱਕ ਚੀਜ਼ ਇਹਦੇ ਨਾਲ ਮੈਂ ਤੁਹਾਨੂੰ ਹੋਰ ਦੱਸਣਾ ਚਾਹਾਂਗੀ ਕਿ ਜੋ ਮੈਂ ਇੰਗਲਿਸ਼ ਦੀ ਪੈਡਾਗੋਜੀ ਦੇ ਵਿੱਚ ਪੜ੍ਹਾਵਾਂਗੀ, ਜੋ ਕੁਝ ਵੀ ਪੜ੍ਹਾਵਾਂਗੀ ਮੈਂ ਇੰਗਲਿਸ਼ ਦੀ ਪੈਡਾਗੋਜੀ ਦੇ ਵਿੱਚ, ਉਹ ਕਿਤੇ ਨਾ ਕਿਤੇ ਪੰਜਾਬੀ ਦੀ ਪੈਡਾਗੋਜੀ ਵਿੱਚ ਵੀ ਤੁਹਾਡੀ ਹੈਲਪ ਕਰੇਗਾ। ਬਹੁਤ ਸਾਰੀਆਂ ਟਰਮਸ ਇੱਦਾਂ ਦੀਆਂ ਨੇ, ਬਹੁਤ ਸਾਰੇ ਵਰਡਸ ਇੱਦਾਂ ਦੇ ਨੇ ਜੋ ਪੰਜਾਬੀ ਦੀ ਪੈਡਾਗੋਜੀ ਜਦੋਂ ਤੁਸੀਂ ਪੜ੍ਹੋਗੇ ਉਹਦੇ ਵਿੱਚ ਵੀ ਤੁਹਾਨੂੰ ਹੈਲਪਫੁਲ ਹੋਣਗੇ। ਬਹੁਤ ਸਾਰੇ ਕੁਐਸਚਨ ਤੁਹਾਡੇ ਉੱਧਰ ਵੀ ਹੱਲ ਹੋ ਸਕਦੇ ਨੇ। ਠੀਕ ਹੈ ਜੀ, ਚਲੋ ਇਹਦੇ ਨਾਲ ਹੀ ਆਪਾਂ ਜਿਹੜੀ ਅੱਜ ਦੀ ਕਲਾਸ ਨੂੰ ਸਟਾਰਟ ਕਰਦੇ ਹਾਂ। ਤਾਂ ਸਭ ਤੋਂ ਪਹਿਲੀ ਚੀਜ਼ ਜਿਹੜੀ ਆਪਾਂ ਪੈਡਾਗੋਜੀ ਦੇ ਵਿੱਚ ਪੜ੍ਹਨੀਆਂ ਨੇ, ਉਹ ਪੜ੍ਹਨੀ ਹੈ ਪੈਡਾਗੋਜੀਕਲ ਟਰਮਸ। ਸਭ ਤੋਂ ਪਹਿਲੀ ਚੀਜ਼ ਪੈਡਾਗੋਜੀ ਦੇ ਵਿੱਚ ਜਿਹੜੀ ਆਪਾਂ ਪੜ੍ਹਨੀ ਹੈ, ਉਹ ਪੜ੍ਹਨੀਆਂ ਨੇ ਪੈਡਾਗੋਜੀਕਲ ਟਰਮਸ। ਠੀਕ ਹੈ ਜੀ, ਇਹਨਾਂ 'ਤੇ ਬਹੁਤ ਕੁਐਸਚਨ ਬਣਦੇ ਨੇ ਔਰ ਹਮੇਸ਼ਾ PSET ਦੇ ਪੇਪਰ ਵਿੱਚ ਤੁਹਾਨੂੰ ਇਹਨਾਂ ਵਿੱਚੋਂ ਕੁਐਸਚਨ ਦੇਖਣ ਨੂੰ ਮਿਲੇਗਾ ਹੀ ਮਿਲੇਗਾ। ਜੇ ਤੁਸੀਂ ਕਹਿੰਦੇ ਹੋ ਕਿ ਹੁਣ ਤੁਹਾਡਾ PSET ਦਾ ਪੇਪਰ ਹੋਣਾ ਆ, ਔਰ ਇਹਦੇ ਵਿੱਚ ਵੀ 101% ਤੁਹਾਨੂੰ ਇਸ ਜਿਹੜੀ ਪੂਰੀ ਪ੍ਰੈਜੈਂਟੇਸ਼ਨ ਦੇ ਵਿੱਚੋਂ, ਇਸ ਪੂਰੀ ਕਲਾਸ ਦੇ ਵਿੱਚੋਂ 101% ਇਹਦੇ 'ਚੋਂ 2 ਕੁਐਸਚਨ ਤੁਹਾਨੂੰ ਉਹਦੇ ਵਿੱਚ ਵੇਖਣ ਨੂੰ ਮਿਲਣਗੇ ਹੀ ਮਿਲਣਗੇ। ਜੇ ਤੁਸੀਂ ਅੱਜ ਦੀ ਕਲਾਸ ਸਹੀ ਢੰਗ ਨਾਲ ਸੁਣਦੇ ਹੋ, ਧਿਆਨ ਨਾਲ ਸੁਣਦੇ ਹੋ, ਤਾਂ ਮੈਂ ਤੁਹਾਨੂੰ ਗਰੰਟੀ ਦਿੰਦੀ ਹਾਂ ਕਿ ਤੁਹਾਡਾ ਕੁਐਸਚਨ ਕਦੇ ਵੀ ਉਹ ਗਲਤ ਨਹੀਂ ਹੋ ਸਕਦਾ। ਠੀਕ ਹੈ, ਹੁਣ ਪੈਡਾਗੋਜੀਕਲ ਟਰਮਸ ਦੀ ਜਿਹੜੀ ਆਪਾਂ ਗੱਲ ਕਰ ਰਹੇ ਸੀ, ਤਾਂ ਪੈਡਾਗੋਜੀਕਲ ਟਰਮਸ ਤੋਂ ਪਹਿਲਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਿ ਪੈਡਾਗੋਜੀ ਕੀ ਹੁੰਦੀ ਹੈ। ਪੈਡਾਗੋਜੀ ਹੁੰਦਾ ਹੈ ਪੜ੍ਹਾਉਣ ਦਾ ਤਰੀਕਾ, ਕਿਸੇ ਗੱਲ ਨੂੰ ਸਮਝਾਉਣ ਦਾ ਤਰੀਕਾ, ਸਮਝਣ ਦਾ ਤਰੀਕਾ। ਬੁੱਕ ਵੇਖ ਕੇ ਬੁੱਕ ਰੀਡਿੰਗ ਕਰਨਾ ਇਜ਼ ਵੈਰੀ ਈਜ਼ੀ। ਠੀਕ ਹੈ, ਬੁੱਕ ਵੇਖ ਕੇ ਆਪਾਂ ਮਤਲਬ ਕਿਤਾਬ ਚੱਕ ਲਈ, ਉਹਨੂੰ ਵੇਖ ਕੇ ਪੜ੍ਹੀ ਜਾ ਰਹੇ ਹਾਂ, ਪੜ੍ਹ ਕੇ ਬੱਚਿਆਂ ਨੂੰ ਸੁਣਾਈ ਜਾ ਰਹੇ ਹਾਂ, ਉਹ ਕੰਮ ਬਹੁਤ ਸੌਖਾ ਹੁੰਦਾ। ਠੀਕ ਹੈ, ਲੇਕਿਨ ਉਹ ਚੀਜ਼ ਨੂੰ ਇੰਟਰਸਟਿੰਗ ਵੇ ਨਾਲ ਸਾਹਮਣੇ ਵਾਲੇ ਦੇ ਦਿਮਾਗ ਤੱਕ ਪਹੁੰਚਾਉਣਾ
ਠੀਕ ਹੈ, ਉਹਨੂੰ ਸਾਹਮਣੇ ਵਾਲੇ ਦੇ ਦਿਮਾਗ ਨੂੰ ਮਤਲਬ ਜੋ ਉਹ ਨਹੀਂ ਬੋਲ ਰਿਹਾ ਸਾਹਮਣੇ ਵਾਲਾ ਚੀਜ਼ਾਂ, ਉਹ ਚੀਜ਼ ਨੂੰ ਵੀ ਆਪਾਂ ਸਮਝਣਾ, ਇਹ ਸਾਰੀ ਚੀਜ਼ਾਂ ਕਿਹਦੇ ਵਿੱਚ ਆ ਜਾਂਦੀਆਂ ਨੇ, ਪੈਡਾਗੋਜੀ ਦੇ ਵਿੱਚ ਆ ਜਾਂਦੀਆਂ ਨੇ। ਔਰ ਇਹ ਸਾਰੀਆਂ ਚੀਜ਼ਾਂ ਆਪਾਂ ਇੰਗਲਿਸ਼ ਪੈਡਾਗੋਜੀ ਕਰਦੇ ਟਾਈਮ ਪੜ੍ਹਾਂਗੇ। ਠੀਕ ਹੈ ਜੀ। ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣੀਆਂ ਪੈਡਾਗੋਜੀਕਲ ਟਰਮਸ। ਤਾਂ ਪਹਿਲੀ ਆਪਣੀ ਪੈਡਾਗੋਜੀਕਲ ਟਰਮ ਕੀ ਹੈ? ਪਿਜਨ। ਇਹ ਜਿਹੜਾ ਉੱਡਣ ਵਾਲਾ ਪਿਜਨ ਹੁੰਦਾ ਉਹ ਨਹੀਂ ਹੈਗਾ, ਇਹ ਪਿਜਨ। ਇਹਨੂੰ ਪਿਡਗਿਨ ਨਹੀਂ ਬੋਲਣਾ ਕਿਸੇ ਨੇ, ਡੀ ਸਾਇਲੈਂਟ ਇਹਦੇ ਵਿੱਚ। ਤਾਂ ਪਿਜਨ, ਪਿਜਨ ਕੀ ਹੁੰਦੀ ਹੈ? ਇੱਕ ਟ੍ਰੇਡ ਲੈਂਗੁਏਜ ਹੁੰਦੀ ਹੈ। ਟ੍ਰੇਡ ਯਾਨੀ ਕਿ ਵਪਾਰ। ਪਿਜਨ ਕੀ ਹੁੰਦੀ है? एक ट्रेड लैंग्वेज होती है, यानी कि व्यापार की भाषा। व्यापार जिसको हिंदी में बोला जाता है, व्यापार करने की भाषा। हुण मैं गल करा कि मैं किसी होर कंट्री दे विच गई हाँ, मैं तो अपनी भाषा बोलनी है। जो जेड़े कंट्री च मैं गई हाँ, ठीक है, उन्होंने अपनी भाषा बोलनी है, अपनी लैंग्वेज बोलनी है। मैं उत्थे तो चली गई, लेकिन मैनू उन्हां दी लैंग्वेज नहीं आती, ठीक है, उन्होंने मेरी लैंग्वेज नहीं आती। ਹੁਣ ਅਸੀਂ ਵਪਾਰ ਕਿਵੇਂ ਕਰਾਂਗੇ ਆਪਸ ਵਿੱਚ? ਜਦੋਂ ਸਾਨੂੰ ਇੱਕ ਦੂਸਰੇ ਦੀ ਲੈਂਗੁਏਜ ਹੀ ਨਹੀਂ ਆਉਂਦੀ ਤਾਂ ਅਸੀਂ ਇੱਕ ਦੂਸਰੇ ਨਾਲ ਵਪਾਰ ਕਿਵੇਂ ਕਰਾਂਗੇ, ਬਿਜ਼ਨਸ ਕਿਵੇਂ ਕਰਾਂਗੇ? ਤਾਂ ਉਸ ਕਨਸੈਪਟ ਵਿੱਚ ਜੋ ਚੀਜ਼ ਆਪਣੀ ਹੈਲਪ ਕਰਦੀ ਹੈ ਉਹ ਹੈਗੀ ਹੈ ਪਿਜਨ। ਦੇਖੋ ਆਪਾਂ ਪੜ੍ਹਦੇ ਹਾਂ, ਪਿਜਨ ਇਜ਼ ਦਾ ਸਿੰਪਲੀਫਾਈਡ ਮੀਨਸ ਆਫ ਕਮਿਊਨੀਕੇਸ਼ਨ। ਪਿਜਨ ਕੀ ਹੈ? एक सिंपल जिहा तरीका आ गलबात करन दा, कम्यूनीकेट करन दा। दो जनियां दे विचकार जो गलबात हो रही है, गलबात करन दा एक सिंपल जिहा तरीका है। दैट डिवेलप बिटवीन, जो किहदे विचकार डिवेलप हुंदा आ? टू और मोर ग्रुप्स दैट डोंट हैव अ लैंग्वेज इन कॉमन। किहदे विचकार डिवेलप हुंदा है सिंपल जिहा तरीका? ਉਹਨਾਂ ਦੋ ਜਾਂ ਦੋ ਤੋਂ ਵੱਧ ਗਰੁੱਪਸ ਦੇ ਵਿਚਕਾਰ ਡਿਵੈਲਪ ਹੁੰਦਾ ਆ, ਉਹਨਾਂ ਦੋ ਜਾਂ ਦੋ ਤੋਂ ਵੱਧ ਲੋਕਾਂ ਦੇ ਵਿਚਕਾਰ ਡਿਵੈਲਪ ਹੁੰਦਾ ਆ ਜਿਨ੍ਹਾਂ ਦੀ ਆਪਸ ਵਿੱਚ ਕੋਈ ਵੀ ਕਾਮਨ ਭਾਸ਼ਾ ਨਹੀਂ ਹੈਗੀ। ਮੈਂ ਕਹਾਂ ਮੈਨੂੰ ਉਰਦੂ ਨਹੀਂ ਆਉਂਦੀ, ਠੀਕ ਹੈ, ਕਿਸੇ ਮੈਂ ਉਰਦੂ ਵਾਲੇ ਬੰਦੇ ਨਾਲ ਵਪਾਰ ਕਰਨਾ ਹੈ, ਉਰਦੂ ਵਾਲੇ ਬੰਦੇ ਨੂੰ ਪੰਜਾਬੀ ਨਹੀਂ ਆਉਂਦੀ, ਠੀਕ ਹੈ, ਤਾਂ ਅਸੀਂ ਇੱਕ ਦੂਜੇ ਦੀ ਗੱਲ ਕਿਵੇਂ ਸਮਝਾਂਗੇ? ਸਾਡੇ ਦੋਨਾਂ ਵਿਚਕਾਰ ਤਾਂ ਕੋਈ ਕਾਮਨ ਭਾਸ਼ਾ ਹੈ ਹੀ ਨਹੀਂ। ਤਾਂ ਜਿਹੜੀ ਪਿਜਨ ਹੈ ਉਹ ਕਿੱਥੇ ਡਿਵੈਲਪ ਹੁੰਦੀ ਹੈ, ਕਿੱਥੇ ਬਣਦੀ ਹੈ, ਕਿੱਥੇ ਫਾਰਮ ਹੁੰਦੀ ਹੈ? ਉਹਨਾਂ ਦੋ ਇਨਸਾਨਾਂ ਵਿਚਕਾਰ, ਉਹਨਾਂ ਦੋ ਜਾਂ ਦੋ ਤੋਂ ਵੱਧ ਗਰੁੱਪਸ ਦੇ ਵਿਚਕਾਰ ਜਿਨ੍ਹਾਂ ਦਾ ਆਪਸ ਵਿੱਚ ਕੋਈ ਵੀ ਕਾਮਨ, ਜਿਨ੍ਹਾਂ ਦੀ ਆਪਸ ਵਿੱਚ ਕੋਈ ਵੀ ਕਾਮਨ ਲੈਂਗੁਏਜ ਨਹੀਂ ਹੈਗੀ, ਜਿਨ੍ਹਾਂ ਕੋਲ ਗੱਲਬਾਤ ਕਰਨ ਲਈ ਕੋਈ ਕਾਮਨ ਲੈਂਗੁਏਜ ਨਹੀਂ ਹੈਗੀ, ਉਹਨਾਂ ਵਿਚਕਾਰ ਕੀ ਜਨਰੇਟ ਹੁੰਦੀ ਹੈ? ਪਿਜਨ ਜਨਰੇਟ ਹੁੰਦੀ ਹੈ। ਠੀਕ ਹੈ। ਇਟ ਇਜ਼ ਅ ਮਿਕਸਚਰ ਆਫ ਸਿੰਪਲੀਫਾਈਡ ਲੈਂਗੁਏਜਸ ਵਿਦ ਅਦਰ ਲੈਂਗੁਏਜਸ ਐਲੀਮੈਂਟਸ ਇਨਕਲੂਡਡ। ਹੁਣ ਇੱਥੇ ਆ ਗੱਲ ਧਿਆਨ ਦੇਣ ਵਾਲੀ ਹੈ ਕਿ ਪਿਜਨ ਕੀ ਹੈ? ਮਿਕਸਚਰ। ਹੁਣ ਇਹਦੇ ਵਿੱਚ ਕਿ ਜਿਵੇਂ ਮੈਂ ਤੁਹਾਨੂੰ ਉਰਦੂ ਅਤੇ ਪੰਜਾਬੀ ਦੀ ਐਗਜ਼ਾਮਪਲ ਦੱਸੀ ਹੈ, ਠੀਕ ਹੈ, ਹੁਣ ਮੈਨੂੰ ਉਰਦੂ ਨਹੀਂ ਆਉਂਦੀ, ਸਾਹਮਣੇ ਵਾਲੇ ਬੰਦੇ ਨੂੰ ਪੰਜਾਬੀ ਨਹੀਂ ਆਉਂਦੀ, ਠੀਕ ਹੈ, ਤਾਂ ਕੀ ਕਰਦੇ ਨੇ ਕਿ ਉਰਦੂ ਅਤੇ ਪੰਜਾਬੀ ਦੇ ਅੰਸ਼ ਯਾਨੀ ਕਿ ਐਲੀਮੈਂਟਸ ਮਿਲਾ ਕੇ, ਪੂਰੀ ਦੀ ਪੂਰੀ ਭਾਸ਼ਾ ਨਹੀਂ ਮਿਲਾਉਣੀ, ਐਲੀਮੈਂਟਸ ਮਿਲਾਣੇ ਨੇ, ਦੋਨਾਂ ਭਾਸ਼ਾਵਾਂ ਦੇ ਥੋੜ੍ਹੇ ਥੋੜ੍ਹੇ ਅੰਸ਼ ਮਿਲਾਣੇ ਨੇ, ਥੋੜ੍ਹੇ ਥੋੜ੍ਹੇ ਅੰਸ਼ ਮਿਲਾ ਕੇ ਇੱਕ ਨਵੀਂ ਭਾਸ਼ਾ ਬਣਾਈ ਜਾਂਦੀ ਹੈ ਜਿਹਨੂੰ ਪਿਜਨ ਲੈਂਗੁਏਜ ਕਿਹਾ ਜਾਂਦਾ ਹੈ। ਤਾਂ ਪਿਜਨ ਕੀ ਹੋ ਗਈ ਫਿਰ? ਇੱਕ ਮਿਕਸਚਰ ਹੋ ਗਿਆ ਕਾਹਦਾ? ਦੋ ਇਹੋ ਜਿਹੀਆਂ ਭਾਸ਼ਾਵਾਂ ਦਾ ਜਿਨ੍ਹਾਂ ਦੇ ਥੋੜ੍ਹੇ ਥੋੜ੍ਹੇ ਅੰਸ਼ ਆਪਸ 'ਚ ਮਿਲਾਏ ਗਏ ਸੀ, ਆਪਸ 'ਚ ਮਿਲਾ ਕੇ ਇੱਕ ਨਵੀਂ ਭਾਸ਼ਾ ਬਣਾਈ ਗਈ ਸੀ। ਉਹ ਨਵੀਂ ਭਾਸ਼ਾ ਨੂੰ ਆਪਾਂ ਕੀ ਨਾਮ ਦੇ ਦਿੱਤਾ? ਪਿਜਨ ਨਾਮ ਦੇ ਦਿੱਤਾ, ਯਾਨੀ ਕਿ ਵਪਾਰ ਦੀ ਭਾਸ਼ਾ, ਟ੍ਰੇਡ ਲੈਂਗੁਏਜ। ਕਲੀਅਰ ਹੈ ਜੀ? ਪਿਜਨ ਦੀ ਹੁਣ ਪਿਜਨ ਆਪਾਂ ਇੰਗਲਿਸ਼ ਵਿੱਚ ਤਾਂ ਇਹਨੂੰ ਪਿਜਨ ਕਹਿਤਾ, ਲੇਕਿਨ ਇਸ ਲੈਂਗੁਏਜ ਦੀ ਚਾਈਨੀਜ਼ ਪ੍ਰੋਨਾਂਸੀਏਸ਼ਨ ਕੀ ਹੈ? ਬਿਜ਼ਨਸ। ਯਾਦ ਰੱਖਣਾ ਬਹੁਤ ਸੌਖਾ ਹੈ, ਤੁਸੀਂ ਬਿਜ਼ਨਸ ਵਪਾਰ ਤੋਂ ਯਾਦ ਰੱਖ ਸਕਦੇ ਹੋ, ਔਰ ਵਪਾਰ ਤੋਂ ਕੀ ਯਾਦ ਰੱਖ ਸਕਦੇ ਹੋ? ਬਿਜ਼ਨਸ ਯਾਦ ਰੱਖ ਸਕਦੇ ਹੋ। ਵਪਾਰ ਦੀ ਭਾਸ਼ਾ ਯਾਨੀ ਕਿ ਬਿਜ਼ਨਸ ਦੀ ਭਾਸ਼ਾ ਹੈ, ਤਾਂ ਬਿਜ਼ਨਸ ਕੀ ਹੈ? ਚਾਈਨੀਜ਼ ਪ੍ਰੋਨਾਂਸੀਏਸ਼ਨ ਹੈ ਪਿਜਨ ਵਰਡ ਦੀ। ਕਲੀਅਰ ਹੈ ਜੀ? ਆਈ ਹੋਪ ਤੁਹਾਨੂੰ ਜਿੰਨਾ ਮੈਂ ਬੋਲ ਰਹੀ ਹਾਂ ਤੁਹਾਨੂੰ ਸਾਰਾ ਕਲੀਅਰ ਹੋ ਰਿਹਾ ਹੋਵੇਗਾ। ਠੀਕ ਹੈ। ਹੁਣ ਪਿਜਨ ਵਿੱਚ ਆਪਾਂ ਇਹ ਚੀਜ਼ ਤਾਂ ਪੜ੍ਹ ਲਈ, ਹੁਣ ਕੁਝ ਚੀਜ਼ਾਂ ਜਿਹੜੀਆਂ ਪਿਜਨ ਦੀਆਂ ਮੈਂ ਤੁਹਾਨੂੰ ਇੰਪੋਰਟੈਂਟ ਦੱਸ ਰਹੀ ਹਾਂ। ਪਹਿਲੀ ਚੀਜ਼ ਕੀ ਹੈ? ਹਾਂਜੀ, ਪਿਜਨ ਕੀ ਹੈ? ਵਪਾਰ ਦੀ ਭਾਸ਼ਾ। ਪਿਜਨ ਕੀ ਹੈ ਆਪਣੇ ਕੋਲੇ? ਪਹਿਲਾ ਪੁਆਇੰਟ ਵਪਾਰ ਦੀ ਭਾਸ਼ਾ, ਬਿਜ਼ਨਸ ਲੈਂਗੁਏਜ ਨੂੰ ਆਪਾਂ ਕਹਿੰਦੇ ਹਾਂ। ਦੂਜਾ ਪੁਆਇੰਟ ਆਪਣੇ ਕੋਲ ਕੀ ਆ ਜਾਏਗਾ ਪਿਜਨ ਦਾ?
ਇਹ ਦੋ ਭਾਸ਼ਾਵਾਂ ਨੂੰ, ਮਿਕਸਚਰ ਆਫ ਟੂ ਲੈਂਗੁਏਜਸ, ਇਹ ਦੋ ਭਾਸ਼ਾਵਾਂ ਨੂੰ ਮਿਲ ਕੇ ਬਣਦੀ ਹੈ। ਠੀਕ ਹੈ, ਉਹ ਉਹਨਾਂ ਦੋ ਗਰੁੱਪਸ ਦੇ ਵਿਚਕਾਰ ਬਣਦੀ ਹੈ ਜਿਨ੍ਹਾਂ ਵਿੱਚ ਆਪਸ ਵਿੱਚ ਕੋਈ ਵੀ ਭਾਸ਼ਾ ਕਾਮਨ ਨਹੀਂ ਹੁੰਦੀ, ਉਹਨਾਂ ਵਿਚਕਾਰ ਬਣਦੀ ਹੈ। ਦੋ ਗਰੁੱਪਸ ਵਿੱਚ ਬਣ ਸਕਦੀ ਹੈ ਜਾਂ ਦੋ ਤੋਂ ਵੱਧ ਗਰੁੱਪਸ ਦੇ ਵਿੱਚ ਵੀ ਇਹ ਬਣ ਸਕਦੀ ਹੈ। ਤੀਸਰਾ ਪੁਆਇੰਟ ਇਹਦੇ ਵਿੱਚ ਕੀ ਆ ਜਾਂਦਾ ਹੈ, ਇਹ ਟੈਂਪਰੇਰੀ ਹੈ। ਟੈਂਪਰੇਰੀ ਕਿਵੇਂ ਹੈ? ਜਦੋਂ ਮੈਂ ਵਪਾਰ ਕਰਨ ਦੇ ਲਈ ਉਰਦੂ ਵਾਲੇ ਬੰਦੇ ਨੂੰ ਮਿਲੀ ਹਾਂ, ਠੀਕ ਹੈ, ਤਾਂ ਮੈਂ ਉਹਦੇ ਨਾਲ ਮਿਲ ਕੇ ਇੱਕ ਨਵੀਂ ਭਾਸ਼ਾ ਬਣਾ ਲਈ। ਜਿਵੇਂ ਮੈਂ ਆ ਜਾਂ ਆਪਣੀ ਗੱਲ ਸਮਝਾਤੀ, ਉਹਨੇ ਮੈਨੂੰ ਆਪਣੀ ਗੱਲ ਸਮਝਾਤੀ, ਚਾਹੇ ਇਸ਼ਾਰਿਆਂ ਨਾਲ ਸਮਝਾਤੀ, ਚਾਹੇ ਉਹਦੀ ਭਾਸ਼ਾ ਦੇ ਕੁਝ ਕੁ ਵਰਡ ਸਿੱਖ ਕੇ ਮੈਂ ਸਮਝਾਤੀ। ਠੀਕ ਹੈ, ਤਾਂ ਲੇਕਿਨ ਜਦੋਂ ਵਪਾਰ ਖਤਮ ਹੋ ਗਿਆ, ਮੈਂ ਆਪਣੇ ਦੇਸ਼ ਵਾਪਸ ਆ ਗਈ, ਫਿਰ ਮੈਂ ਪਿਜਨ ਲੈਂਗੁਏਜ ਕੀ ਕਰਨੀ ਹੈ? ਫਿਰ ਤਾਂ ਮੇਰਾ ਪਿਜਨ ਲੈਂਗੁਏਜ ਦਾ ਕੋਈ ਕੰਮ ਨਹੀਂ ਨਾ। ਠੀਕ ਹੈ, ਤਾਂ ਇਸ ਕਰਕੇ ਪਿਜਨ ਲੈਂਗੁਏਜ ਟੈਂਪਰੇਰੀ ਲੈਂਗੁਏਜ ਹੁੰਦੀ ਹੈ। ਇਹ ਉਨੀ ਦੇਰ ਤੱਕ ਹੀ ਚੱਲਦੀ ਹੈ ਜਿੰਨੀ ਦੇਰ ਤੱਕ ਆਪਾਂ ਨੂੰ ਇਸ ਤੋਂ ਕੰਮ ਹੁੰਦਾ, ਯਾਨੀ ਕਿ ਜਿੰਨੀ ਦੇਰ ਤੱਕ ਵਪਾਰ ਹੈ ਉਨੀ ਦੇਰ ਤੱਕ ਇਹ ਭਾਸ਼ਾ ਹੈ। ਜਦੋਂ ਵਪਾਰ ਖਤਮ, ਮੈਂ ਆਪਦੇ ਘਰੇ ਆ ਗਈ, ਉਦੋਂ ਬਾਅਦ ਇਹ ਭਾਸ਼ਾ ਵੀ ਖਤਮ, ਤਾਂ ਇਹ ਕੀ ਹੋ ਗਈ? ਇਹ ਇੱਕ ਟੈਂਪਰੇਰੀ ਲੈਂਗੁਏਜ ਹੈ, ਟੈਂਪਰੇਰੀ ਭਾਸ਼ਾ ਹੈ, ਇਹਨੂੰ ਪਰਮਾਨੈਂਟ ਨਹੀਂ ਕਿਹਾ ਜਾ ਸਕਦਾ। ਠੀਕ ਹੈ, ਇਹ ਸਿਰਫ ਬਿਜ਼ਨਸ ਲੈਂਗੁਏਜ ਹੈ, ਵਪਾਰ ਦੀ ਭਾਸ਼ਾ ਆ। ਇਹ ਕਿਸੇ ਦੀ ਨੇਟਿਵ ਲੈਂਗੁਏਜ ਨਹੀਂ, ਇਹ ਕਿਸੇ ਦੀ ਮਦਰ ਟੰਗ ਨਹੀਂ, ਇਹੋ ਜਿਹਾ ਕੁਝ ਵੀ ਪਿਜਨ ਵਿੱਚ ਇਨਕਲੂਡ ਨਹੀਂ ਹੁੰਦਾ। ਕਲੀਅਰ? ਆਈ ਹੋਪ ਤੁਹਾਨੂੰ ਇਹ ਸਾਰਾ ਕੁਝ ਜਿਹੜਾ ਕੀ ਹੈ ਕਲੀਅਰ ਹੋ ਗਿਆ ਹੋਊਗਾ। ਹੁਣ ਆਪਾਂ ਅੱਗੇ ਚੱਲਦੇ ਹਾਂ, ਆਪਾਂ ਨੈਕਸਟ ਟਰਮ 'ਤੇ ਆਪਣੀ 'ਤੇ ਕ੍ਰਿਓਲ। ਇਹਨੂੰ ਕੀ ਪ੍ਰੋਨਾਊਂਸ ਕਰਦੇ ਨੇ? ਕ੍ਰਿਓਲ ਪ੍ਰੋਨਾਊਂਸ ਕਰਦੇ। ਹੁਣੇ ਆਪਾਂ ਇੱਕ ਲੈਂਗੁਏਜ ਪੜ੍ਹੀ ਸੀ, ਪਿਜਨ। ਠੀਕ ਹੈ, ਜਦੋਂ ਤੱਕ ਇਹ ਲੈਂਗੁਏਜ ਟੈਂਪਰੇਰੀ ਸੀ, ਵਪਾਰ ਤੱਕ ਸੀਮਿਤ ਸੀ, ਉਦੋਂ ਤੱਕ ਤਾਂ ਇਹਨੂੰ ਪਿਜਨ ਕਿਹਾ ਜਾਂਦਾ ਸੀ। ਲੇਕਿਨ ਜਦੋਂ ਇਹ ਭਾਸ਼ਾ ਰੋਜ਼ਮर्रा ਦੀ ਜ਼ਿੰਦਗੀ 'ਚ ਯੂਜ਼ ਹੋਣ ਲੱਗ ਗਈ, ਠੀਕ ਹੈ, ਵਪਾਰ ਤੋਂ ਗਾਂਹ ਵੱਧ ਕੇ ਤੁਹਾਡੀ ਮਦਰ ਟੰਗ ਬਣ ਗਈ, ਉਦੋਂ ਆਪਾਂ ਇਹਨੂੰ ਕੀ ਕਹਿਣ ਲੱਗ ਗਏ? ਕ੍ਰਿਓਲ ਕਹਿਣ ਲੱਗ ਗਏ। ਫੋਰ ਐਗਜ਼ਾਮਪਲ, ਜੇ ਮੈਂ ਕਿਸੇ ਬੰਦੇ ਨਾਲ ਵਪਾਰ ਕਰਨ ਦੇ ਲਈ ਉਹਦੇ ਦੇਸ਼ ਗਈ ਹਾਂ ਅਤੇ ਮੈਨੂੰ ਉੱਥੇ ਦੀ ਭਾਸ਼ਾ ਨਹੀਂ ਆਉਂਦੀ ਸੀ, ਤਾਂ ਮੈਂ ਉੱਥੇ ਜਾ ਕੇ ਨਵੀਂ ਭਾਸ਼ਾ ਸਿੱਖ ਲਈ, ਨਵੀਂ ਭਾਸ਼ਾ ਬਣਾ ਲਈ, ਜਿਹਨੂੰ ਆਪਾਂ ਪਿਜਨ ਕਹਿ ਤਾ। ਜੇ ਤਾਂ ਮੈਂ ਉਹ ਪਿਜਨ ਭਾਸ਼ਾ ਉੱਥੇ ਹੀ ਛੱਡ ਆਈ, ਫਿਰ ਤਾਂ ਉਹ ਪਿਜਨ ਹੈ। ਜੇ ਮੈਂ ਉਸ ਪਿਜਨ ਭਾਸ਼ਾ ਨੂੰ ਆਪਣੇ ਨਾਲ ਲੈ ਆਈ, ਆਪਦੇ ਘਰੇ ਲੈ ਆਈ, ਠੀਕ ਹੈ, ਅਤੇ ਮੈਂ ਆਪਦੇ ਘਰੇ ਉਹ ਰੋਜ਼ ਬੋਲਣੀ ਸ਼ੁਰੂ ਕਰ ਦਿੱਤੀ, ਮੇਰੇ ਬੱਚਿਆਂ ਨੇ ਵੀ ਉਹ ਸਿੱਖ ਲਈ, ਮੇਰੇ ਬੱਚਿਆਂ ਦੇ ਗਾਂਹ ਬੱਚਿਆਂ ਨੇ ਵੀ ਉਹ ਸਿੱਖ ਲਈ, ਤਾਂ ਫਿਰ ਉਹ ਕਿਹੜੀ ਭਾਸ਼ਾ ਬਣ ਜਾਂਦੀ ਹੈ? ਕ੍ਰਿਓਲ ਬਣ ਜਾਂਦੀ ਹੈ। ਜਦੋਂ ਪਿਜਨ ਆਪਾਂ ਰੋਜ਼ ਬੋਲਣ ਲੱਗ ਜਾਂਦੇ ਹਾਂ, ਫਿਰ ਉਹਦੇ ਵਿੱਚ ਤਰ੍ਹਾਂ ਦੀਆਂ ਮੋਡੀਫਿਕੇਸ਼ਨਸ ਹੋ ਜਾਂਦੀਆਂ, ਅਮੈਂਡਮੈਂਟਸ ਹੋ ਜਾਂਦੀਆਂ, ਤਰ੍ਹਾਂ ਦੀਆਂ ਚੇਂਜਸ ਆ ਜਾਂਦੀਆਂ ਉਸ ਭਾਸ਼ਾ ਦੇ ਵਿੱਚ। ਤਾਂ ਜਦੋਂ ਉਸ ਭਾਸ਼ਾ ਵਿੱਚ ਤਰ੍ਹਾਂ ਦੀਆਂ ਚੇਂਜਸ ਆ ਜਾਂਦੀਆਂ, ਗ੍ਰਾਮਰ ਆ ਜਾਂਦੀ ਹੈ, ਤਾਂ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ? ਕ੍ਰਿਓਲ ਲੈਂਗੁਏਜ ਕਹਿ ਦਿੰਦੇ ਹਾਂ। ਅਤੇ ਕ੍ਰਿਓਲ ਲੈਂਗੁਏਜ ਜਿਹੜੀ ਕੀ ਹੁੰਦੀ ਹੈ, ਉਹ ਹੁੰਦੀ ਹੈ ਪਰਮਾਨੈਂਟ ਲੈਂਗੁਏਜ। ਪਿਜਨ ਕੀ ਸੀ? ਟੈਂਪਰੇਰੀ ਸੀ। ਕ੍ਰਿਓਲ ਕੀ ਹੈ? ਪਰਮਾਨੈਂਟ ਹੈ। ਪਿਜਨ ਅਤੇ ਕ੍ਰਿਓਲ ਦੋਨੋਂ ਹੀ ਮਿਕਸਚਰ ਹੈ ਦੋ ਭਾਸ਼ਾਵਾਂ ਦਾ। ਦੋ ਇਹੋ ਜਿਹੀਆਂ ਭਾਸ਼ਾਵਾਂ ਜੋ ਦੋ ਇਹੋ ਜਿਹੇ ਗਰੁੱਪਸ ਦੇ ਵਿਚਕਾਰ ਬਣਦੀਆਂ ਨੇ, ਜਿਨ੍ਹਾਂ ਦੀ ਆਪਸ ਵਿੱਚ ਕੋਈ ਵੀ ਭਾਸ਼ਾ ਕਾਮਨ ਨਹੀਂ ਹੁੰਦੀ। ਉਹਨਾਂ ਗਰੁੱਪਸ ਦੇ ਵਿਚਕਾਰ ਜਿਹੜੀ ਭਾਸ਼ਾ ਨਵੀਂ ਬਣਦੀ ਆ, ਉਹਨੂੰ ਪਿਜਨ ਕਿਹਾ ਜਾਂਦਾ ਹੈ। ਠੀਕ ਹੈ, ਜੇ ਤਾਂ ਉਹਨੂੰ ਵਪਾਰ ਤੱਕ ਸੀਮਿਤ ਰੱਖਿਆ ਜਾਵੇ ਤਾਂ ਉਹਨੂੰ ਆਪਾਂ ਪਿਜਨ ਦਾ ਨਾਮ ਦਿੰਦੇ ਹਾਂ। ਲੇਕਿਨ ਜੇ ਉਹਨੂੰ ਵਪਾਰ ਤੋਂ ਗਾਂਹ ਵਧਾ ਕੇ ਆਪਦੇ ਘਰ ਤੱਕ ਲੈ ਆਂਦਾ ਜਾਵੇ, ਰੋਜ਼ਮर्रा ਦੀ ਜ਼ਿੰਦਗੀ 'ਚ ਬੋਲਿਆ ਜਾਵੇ, ਉਹਦੇ 'ਚ ਗ੍ਰਾਮਰ ਵਾੜ ਦਿੱਤੀ ਜਾਵੇ, ਉਹਦੇ 'ਚ ਨਵੇਂ ਰੂਲ ਐਡ ਕਰ ਦਿੱਤੇ ਜਾਣ, ਫਿਰ ਉਹਨੂੰ ਆਪਾਂ ਕ੍ਰਿਓਲ ਕਹਿ ਦਿੰਦੇ ਹਾਂ। ਠੀਕ ਹੈ ਜੀ, ਹਾਂਜੀ, ਹੁਣ ਆਪਾਂ ਪੜ੍ਹਦੇ ਹਾਂ ਜੀ ਕ੍ਰਿਓਲ ਬਾਰੇ ਵੀ। Creole language or simply Creole is a stable natural language. A pidgin transitioned into a full native language. ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਜਿਹੜੀ ਪਿਜਨ ਲੈਂਗੁਏਜ ਹੈ ਉਹ ਕਿਹਦੇ ਵਿੱਚ ਬਦਲ ਜਾਂਦੀ ਹੈ? ਪਿਜਨ ਲੈਂਗੁਏਜ ਕਿਹਦੇ 'ਚ ਬਦਲ ਜਾਂਦੀ ਹੈ? ਕ੍ਰਿਓਲ ਦੇ ਵਿੱਚ ਬਦਲ ਜਾਂਦੀ ਹੈ। ਕ੍ਰਿਓਲ ਲੈਂਗੁਏਜ ਇਜ਼ ਆਲਸੋ ਅ ਮਿਕਸਚਰ ਆਫ ਟੂ ਲੈਂਗੁਏਜਸ। ਦੋ ਭਾਸ਼ਾਵਾਂ ਦਾ ਮਿਕਸਚਰ ਹੁੰਦਾ ਕ੍ਰਿਓਲ ਵੀ। ਠੀਕ ਹੈ, ਬਸ ਫਰਕ ਕੀ ਹੈ ਪਿਜਨ ਅਤੇ ਕ੍ਰਿਓਲ ਦੇ ਵਿੱਚ? ਪਿਜਨ ਅਤੇ ਕ੍ਰਿਓਲ, ਆਪਾਂ ਦੇਖੋ ਇੱਥੇ ਫਰਕ ਲਿਖਦੇ ਹਾਂ ਪਿਜਨ ਅਤੇ ਕ੍ਰਿਓਲ ਦਾ। ਠੀਕ ਹੈ, ਪਿਜਨ ਅਤੇ ਕ੍ਰਿਓਲ ਦਾ ਫਰਕ ਕੀ ਹੈ? ਪਿਜਨ
ਅਨਸਟੇਬਲ ਹੈ, ਜਿਹੜੀ ਕ੍ਰਿਓਲ ਆ ਉਹ ਸਟੇਬਲ ਹੈ। ਪਿਜਨ ਟੈਂਪਰੇਰੀ ਹੈ, ਜਿਹੜੀ ਕ੍ਰਿਓਲ ਆ ਉਹ ਪਰਮਾਨੈਂਟ ਹੈ। ਪਿਜਨ ਜਿਹੜੀ ਹੈ ਉਹ ਕੱਲੀ ਬਿਜ਼ਨਸ ਲੈਂਗੁਏਜ ਹੈ, ਜਿਹੜੀ ਕ੍ਰਿਓਲ ਹੈ ਉਹ ਨੇਟਿਵ ਲੈਂਗੁਏਜ ਵੀ ਬਣ ਸਕਦੀ ਹੈ। ਮੈਂ ਕਹਾਂ ਵੀ ਮੈਂ ਬਿਜ਼ਨਸ ਕਰਕੇ ਆਈ ਹਾਂ, ਮੈਂ ਸਿੱਖ ਕੇ ਆਈ ਹਾਂ, ਪਰ ਮੇਰੇ ਗਾਂਹ ਜੇ ਮੈਂ ਘਰੇ ਬੋਲਣੀ ਸ਼ੁਰੂ ਕਰ ਦਿੱਤੀ ਤਾਂ ਮੇਰੇ ਗਾਂਹ ਜਿਹੜੀ ਅਗਾਂਹ ਪੀੜ੍ਹੀ ਆਊਗੀ ਉਹਦੀ ਤਾਂ ਉਹ ਨੇਟਿਵ ਲੈਂਗੁਏਜ ਬਣ ਸਕਦੀ ਹੈ ਨਾ, ਮਾਤ ਭਾਸ਼ਾ ਬਣ ਸਕਦੀ ਹੈ। ਠੀਕ ਹੈ, ਤਾਂ ਫਿਰ ਜਿਹੜੀ ਕ੍ਰਿਓਲ ਕੀ ਹੈ ਉਹ ਨੇਟਿਵ ਲੈਂਗੁਏਜ ਹੈ। ਪਿਜਨ ਵਿੱਚ ਕੋਈ ਵੀ ਰੂਲਸ ਜਾਂ ਗ੍ਰਾਮਰ ਨਹੀਂ ਹੁੰਦੀ। ਕ੍ਰਿਓਲ ਵਿੱਚ ਰੂਲਸ ਵੀ ਹੁੰਦੇ ਨੇ ਅਤੇ ਗ੍ਰਾਮਰ ਵੀ ਹੁੰਦੀ ਹੈ। ਇਹ ਦੋਨਾਂ ਦਾ ਬੇਸਿਕ ਫਰਕ ਹੈ ਪਿਜਨ ਅਤੇ ਕ੍ਰਿਓਲ ਦਾ। ਪਿਜਨ ਅਤੇ ਕ੍ਰਿਓਲ ਦੋਨੋਂ ਹੀ ਦੋ ਭਾਸ਼ਾਵਾਂ ਨੂੰ ਮਿਲ ਕੇ ਬਣਾਈ ਗਈ ਭਾਸ਼ਾ ਹੈ, ਪਰ ਦੋਨਾਂ ਵਿੱਚ ਇੱਕ ਬੇਸਿਕ ਫਰਕ ਹੁੰਦਾ। ਉਹ ਕੀ ਫਰਕ ਹੁੰਦਾ ਹੈ ਕਿ ਜਿਹੜੀ ਪਿਜਨ ਹੈ ਸਿਰਫ ਵਪਾਰ ਤੱਕ ਸੀਮਿਤ ਹੈ, ਲੇਕਿਨ ਕ੍ਰਿਓਲ ਹੈ ਜਿਹੜੀ ਉਹ ਆਪਾਂ ਉਹਨੂੰ ਅਗਾਂਹ ਵੀ ਲੈ ਕੇ ਜਾਂਦੇ ਹਾਂ, ਸਿਰਫ ਵਪਾਰ ਤੱਕ ਛੱਡ ਨਹੀਂ ਦਿੰਦੇ। ਠੀਕ ਹੈ, ਪਿਜਨ ਜਿਹੜੀ ਹੈ ਅਸਥਾਈ ਯਾਨੀ ਕਿ ਅਨਸਟੇਬਲ ਲੈਂਗੁਏਜ ਹੈ, ਉਹਦੇ 'ਚ ਕੋਈ ਰੂਲ ਨਹੀਂ ਹੁੰਦੇ, ਕੋਈ ਗ੍ਰਾਮਰ ਨਹੀਂ ਹੁੰਦੀ। ਠੀਕ ਹੈ, ਉਹ ਟੈਂਪਰੇਰੀ ਹੈ, ਸਮਾਂ ਪੈਣ 'ਤੇ ਖ਼ਤਮ ਹੋ ਜਾਂਦੀ ਹੈ। ਕ੍ਰਿਓਲ ਜਿਹੜੀ ਹੈ ਉਹ ਸਥਾਈ ਭਾਸ਼ਾ, ਸਟੇਬਲ ਲੈਂਗੁਏਜ ਹੈ, ਜਿਹਦੇ ਵਿੱਚ ਰੂਲ ਵੀ ਹੁੰਦੇ ਆ, ਗ੍ਰਾਮਰ ਵੀ ਹੁੰਦੀ ਹੈ, ਅਤੇ ਇਹ ਪਰਮਾਨੈਂਟ ਲੈਂਗੁਏਜ ਵੀ ਹੁੰਦੀ ਹੈ, ਅਤੇ ਇਹ ਅਗਲੀ ਪੀੜ੍ਹੀ ਦੀ ਮਾਤ ਭਾਸ਼ਾ ਵੀ ਬਣ ਸਕਦੀ ਹੈ। ਠੀਕ ਹੈ, ਤਾਂ ਇਹ ਨੇਟਿਵ ਲੈਂਗੁਏਜ ਇਹਨੂੰ ਆਪਾਂ ਕਹਿ ਸਕਦੇ ਹਾਂ। ਆਈ ਹੋਪ ਤੁਹਾਨੂੰ ਜਿਹੜਾ ਪਿਜਨ ਅਤੇ ਕ੍ਰਿਓਲ ਦਾ ਫਰਕ ਕਲੀਅਰ ਹੋ ਗਿਆ ਹੋਵੇਗਾ। ਐਂਡ ਇੱਕ ਚੀਜ਼ ਹੋਰ, ਜੋ ਵੀ ਕਿਸੇ ਨੂੰ ਡਾਊਟ ਹੋਵੇ ਕਲਾਸ ਵਿੱਚ, ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਲੱਗੇ, ਉਹ ਮੈਨੂੰ ਕਮੈਂਟ ਬਾਕਸ ਵਿੱਚ ਮੈਸੇਜ ਕਰ ਸਕਦਾ ਹੈ ਕਿ ਮੈਮ ਇਹ ਜਿਹੜੀ ਚੀਜ਼ ਆ ਉਹ ਕਲੀਅਰ ਨਹੀਂ ਹੋਈ, ਮੈਂ ਨੈਕਸਟ ਕਲਾਸ ਵਿੱਚ ਤੁਹਾਡੇ ਸਾਰੇ ਡਾਊਟਸ ਦੇ ਜਵਾਬ ਦੇ ਦੇਵਾਂਗੀ। ਤੀਸਰੇ ਟਰਮ ਅਤੇ ਅੱਜ ਦੀ ਲਾਸਟ ਟਰਮ, ਬਾਕੀ ਆਪਾਂ ਕੱਲ੍ਹ ਕਰਾਂਗੇ। ਅੱਜ ਦੀ ਲਾਸਟ ਟਰਮ ਕੀ ਹੈ? ਐਕਸੈਂਟ। ਇਹਨੂੰ ਏਸੈਂਟ ਨਹੀਂ ਬੋਲਣਾ ਜਾਂ ਕੁਝ ਹੋਰ ਪ੍ਰੋਨਾਊਂਸ ਨਹੀਂ ਕਰਨਾ, ਇਹ ਹੁੰਦਾ ਐਕਸੈਂਟ। ਐਕਸੈਂਟ ਯਾਨੀ ਕਿ ਬੋਲਣ ਦਾ ਤਰੀਕਾ। ਐਕਸੈਂਟ ਕੀ ਹੁੰਦਾ? ਬੋਲਣ ਦਾ ਤਰੀਕਾ। ਔਰ ਹੁਣ ਐਕਸੈਂਟ ਹਰ ਇੱਕ ਇਨਸਾਨ ਦਾ ਅਲੱਗ ਅਲੱਗ ਹੁੰਦਾ। ਠੀਕ ਹੈ, ਹਰ ਇੱਕ ਇਨਸਾਨ, ਮੈਂ ਕਹਾਂ ਕਿ ਮੈਂ ਕਿਸੇ ਵਰਡ ਨੂੰ ਕਿਸੇ ਤਰੀਕੇ ਨਾਲ ਪ੍ਰੋਨਾਊਂਸ ਕਰਦੀ ਹਾਂ, ਤੁਸੀਂ ਉਸੇ ਵਰਡ ਨੂੰ ਕਿਸੇ ਹੋਰ ਤਰੀਕੇ ਨਾਲ ਪ੍ਰੋਨਾਊਂਸ ਕਰਦੇ ਹੋ, ਤੀਸਰਾ ਬੰਦਾ ਉਸੇ ਵਰਡ ਨੂੰ ਕਿਸੇ ਹੋਰ ਤਰੀਕੇ ਨਾਲ ਪ੍ਰੋਨਾਊਂਸ ਕਰਦਾ ਹੈ। ਠੀਕ ਹੈ, ਇੱਕ ਹੁੰਦਾ ਵਾਟ, ਇੱਕ ਹੁੰਦਾ ਵਟ। ਠੀਕ ਹੈ, ਅਤੇ ਇਹ ਜਸਟ ਬੋਲਣ ਦਾ ਤਰੀਕਾ ਹੈ। ਐਕਸੈਂਟ ਕੀ ਹੈ? ਬੋਲਣ ਦਾ ਤਰੀਕਾ, ਅ ਪਰਟੀਕੂਲਰ ਵੇ ਆਫ ਪ੍ਰੋਨਾਊਂਸਿੰਗ ਵਰਡਸ। ਹੁਣ ਜਿੱਦਾਂ ਆਪਾਂ ਦੇਖਦੇ ਹਾਂ, ਤੁਸੀਂ ਗੂਗਲ ਕਰਕੇ ਦੇਖੋ। ਠੀਕ ਹੈ, ਗੂਗਲ 'ਤੇ ਤੁਸੀਂ ਕਿਸੇ ਵੀ ਵਰਡ ਦੀ ਪ੍ਰੋਨਾਂਸੀਏਸ਼ਨ ਕੱਢ ਕੇ ਦੇਖ ਲਓ, ਉੱਥੇ ਤੁਹਾਨੂੰ 3 ਐਕਸੈਂਟ ਦਿਖਾਈ ਦੇਣਗੇ। ਕਿਹੜਾ? ਇੱਕ ਤਾਂ ਬ੍ਰਿਟਿਸ਼ ਪ੍ਰੋਨਾਂਸੀਏਸ਼ਨ ਦਿਖਾਊ ਯਾਨੀ ਕਿ ਬ੍ਰਿਟਿਸ਼ ਐਕਸੈਂਟ ਦਿਖਾਈ ਦੇਊਗਾ, ਦੂਜਾ ਅਮੈਰੀਕਨ ਐਕਸੈਂਟ ਦਿਖਾਈ ਦੇਊਗਾ, ਅਤੇ ਤੀਸਰਾ ਇੰਡੀਅਨ ਐਕਸੈਂਟ ਦਿਖਾਈ ਦੇਊਗਾ। ਠੀਕ ਹੈ, ਤਾਂ ਤੁਸੀਂ ਤਿੰਨੋਂ ਤਰੀਕੇ ਨਾਲ ਸੁਣ ਸਕਦੇ ਹੋ ਉਸ ਵਰਡ ਦੀ ਪ੍ਰੋਨਾਂਸੀਏਸ਼ਨ। ਤਿੰਨੋਂ ਤਰੀਕਿਆਂ ਵਿੱਚ ਫ਼ਰਕ ਨਜ਼ਰ ਆਊਗਾ ਤੁਹਾਨੂੰ। ਤਾਂ ਐਕਸੈਂਟ ਕੀ ਹੁੰਦਾ? ਬੋਲਣ ਦਾ ਤਰੀਕਾ, ਜੋ ਕਿ ਹਰ ਇਨਸਾਨ ਦਾ ਅਲੱਗ ਅਲੱਗ ਹੁੰਦਾ। ਇਹ ਪਰਟੀਕੂਲਰ ਇਨਸਾਨ ਦੇ ਨਾਲ ਵੈਰੀ ਕਰਦਾ ਹੈ। ਮੇਰਾ ਕੁਝ ਬੋਲਣ ਦਾ ਤਰੀਕਾ, ਕਿਸੇ ਵਰਡ ਨੂੰ ਬੋਲਣ ਦਾ ਤਰੀਕਾ ਕੁਝ ਹੋਰ ਹੈ, ਤੁਹਾਡਾ ਕੁਝ ਹੋਰ ਹੋਊਗਾ, ਤੁਹਾਡੇ ਨਾਲ ਬੈਠੇ ਬੰਦੇ ਦਾ ਕੁਝ ਹੋਰ ਹੋਊਗਾ। ਸੇਮ ਵਰਡ ਨੂੰ ਚੌਥਾ ਬੰਦਾ ਕਿਸੇ ਹੋਰ ਤਰੀਕੇ ਨਾਲ ਬੋਲ ਰਿਹਾ ਹੈ। ਤਾਂ ਐਕਸੈਂਟ ਇਜ਼ ਜਸਟ ਅ ਵੇ ਆਫ ਪ੍ਰੋਨਾਊਂਸਿੰਗ ਵਰਡਸ। ਐਕਸੈਂਟ ਟਿਪੀਕਲੀ ਡਿਫਰਸ ਇਨ, ਹੁਣ ਐਕਸੈਂਟ ਅਲੱਗ ਅਲੱਗ ਹੁੰਦਾ ਸਾਰਿਆਂ ਦਾ, ਇਹਦੇ ਉੱਪਰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਅਸਰ ਹੁੰਦਾ? ਤਾਂ ਪਹਿਲੀ ਚੀਜ਼ ਜਿਹੜੀ ਇਸ ਚੀਜ਼ ਨੂੰ ਇਫੈਕਟ ਕਰਦੀ ਹੈ ਉਹ ਹੈ ਕੁਆਲਿਟੀ ਆਫ ਵੋਇਸ। ਕਿਸੇ ਦੀ ਆਵਾਜ਼ ਪਤਲੀ ਹੁੰਦੀ ਹੈ, ਕਿਸੇ ਦੀ ਆਵਾਜ਼ ਭਾਰੀ ਹੁੰਦੀ ਹੈ। ਠੀਕ ਹੈ, ਤਾਂ ਤੁਹਾਡੀ ਵੋਇਸ ਦੀ ਕੁਆਲਿਟੀ ਵੀ ਦੱਸਦੀ ਹੈ ਵੀ ਤੁਹਾਡਾ ਐਕਸੈਂਟ ਕਿਹੋ ਜਿਹਾ ਹੋਊਗਾ। ਜੇ ਤੁਹਾਡੀ ਆਵਾਜ਼ ਭਾਰੀ ਹੈ ਤਾਂ ਤੁਹਾਡੇ ਵਰਡਸ ਵੀ ਉਸ ਹਿਸਾਬ ਨਾਲ ਨਿਕਲਣਗੇ ਮੂੰਹ 'ਚੋਂ। ਕਿਸੇ ਦੀ ਆਵਾਜ਼ ਪਤਲੀ ਹੁੰਦੀ ਹੈ ਤਾਂ ਤੁਹਾਡੇ ਵਰਡਸ ਵੀ ਉਸ ਹਿਸਾਬ ਨਾਲ ਨਿਕਲਣਗੇ। ਤੁਹਾਡੀ ਵੋਇਸ ਦੀ ਕੁਆਲਿਟੀ ਦੱਸਦੀ ਹੈ। ਪ੍ਰੋਨਾਊਂਸਿੰਗ ਆਫ ਵਾਊਲਸ, ਇਹਨੂੰ ਵਾਵਲਸ ਨਹੀਂ ਬੋਲਣਾ, ਵਾਊਲਸ ਐਂਡ ਕੰਸੋਨੈਂਟ, ਸਵਰ ਅਤੇ ਵਿਅੰਜਨ ਨੂੰ ਬੋਲਣ ਦਾ ਤਰੀਕਾ ਵੀ ਜਿਹੜਾ ਕੀ ਹੈ ਇਹ ਦੱਸਦਾ ਵੀ ਤੁਸੀਂ ਕਿਸੇ ਸ਼ਬਦ ਨੂੰ ਕਿਵੇਂ ਬੋਲੋਗੇ। ਤੀਸਰਾ ਸਟਰੈਸ। ਸਟਰੈਸ ਉਹ ਦਿਮਾਗ 'ਤੇ ਜਿਹੜਾ ਬੋਝ ਹੁੰਦਾ ਉਹ ਵਾਲਾ ਸਟਰੈਸ ਨਹੀਂ। ਸਟਰੈਸ ਕੀ ਹੁੰਦਾ ਹੈ? ਸ਼ਬਦਾਂ ਉੱਪਰ ਜ਼ੋਰ ਦੇ ਕੇ ਬੋਲਣਾ। ਕਿਸੇ ਸ਼ਬਦ 'ਤੇ ਆਪਾਂ ਜਦੋਂ ਇੱਕ ਸ਼ਬਦ ਬੋਲ ਰਹੇ ਹਾਂ ਉਹਦੇ ਵਿੱਚੋਂ ਕਿਸੇ ਅੱਖਰ 'ਤੇ ਆਪਾਂ ਜ਼ੋਰ ਦੇ ਕੇ ਬੋਲ ਰਹੇ ਹਾਂ, ਉਹ ਜਿਹੜਾ ਸਟਰੈਸ ਹੁੰਦਾ ਹੈ, ਜ਼ੋਰ ਦੇ ਕੇ ਬੋਲ ਰਹੇ ਹਾਂ ਆਪਾਂ ਕਿਸੇ ਅੱਖਰ ਉੱਪਰ,
ਉਹ ਜਿਹੜਾ ਸਟ੍ਰੈਸ ਹੁੰਦਾ ਉਹ ਵੀ ਦੱਸਦਾ ਹੈ ਵੀ ਤੁਸੀਂ ਕਿਸੇ ਸ਼ਬਦ ਨੂੰ ਕਿਸ ਤਰੀਕੇ ਨਾਲ ਪ੍ਰੋਨਾਊਂਸ ਕਰਦੇ ਪਏ ਹੋ, ਕਿਸ ਤਰੀਕੇ ਨਾਲ ਬੋਲਦੇ ਪਏ ਹੋ। ਆਹ ਜਿਹੜੀਆਂ ਕੁਝ ਚੀਜ਼ਾਂ ਹੈਗੀਆਂ ਇਹ ਐਕਸੈਂਟ ਨੂੰ ਮਤਲਬ ਤੁਹਾਡਾ ਐਕਸੈਂਟ ਕਿਸ ਤਰ੍ਹਾਂ ਦਾ ਹੋਊਗਾ ਇਹ ਚੀਜ਼ਾਂ 'ਤੇ ਡਿਪੈਂਡ ਕਰਦਾ। ਤੁਹਾਡੀ ਆਵਾਜ਼ ਦੀ ਕੁਆਲਿਟੀ, ਤੁਹਾਡੀ ਆਵਾਜ਼ ਭਾਰੀ ਹੈ, ਪਤਲੀ ਹੈ, ਕਿਵੇਂ ਦੀ ਹੈ ਤੁਹਾਡੀ ਆਵਾਜ਼ ਦੀ ਕੁਆਲਿਟੀ, ਤੁਹਾਡਾ ਵਾਊਲਸ ਸਵਰ ਅਤੇ ਵਿਅੰਜਨਾਂ ਨੂੰ ਬੋਲਣ ਦਾ ਤਰੀਕਾ, ਜਾਂ ਤੁਸੀਂ ਕਿਸ ਸ਼ਬਦ 'ਤੇ ਕਿਸ ਅੱਖਰ 'ਤੇ ਜ਼ਿਆਦਾ ਜ਼ੋਰ ਪਾ ਕੇ ਬੋਲ ਰਹੇ ਹੋ ਉਹ ਚੀਜ਼। ਠੀਕ ਹੈ, ਇਹ ਕੁਝ ਚੀਜ਼ਾਂ ਜਿਹੜੀਆਂ ਤੁਹਾਡਾ ਐਕਸੈਂਟ ਡਿਫਾਈਨ ਕਰਦੀਆਂ ਕਿ ਤੁਹਾਡਾ ਐਕਸੈਂਟ ਕਿਹੋ ਜਿਹਾ ਹੈ। ਕਲੀਅਰ ਹੈ ਜੀ। ਹੁਣ ਜਿਵੇਂ ਇੱਕ ਕਹਾਵਤ ਹੈਗੀ ਹੈ ਕਿ ਇੱਕ ਪੰਜਾਬੀ ਬੰਦਾ ਜੇ ਇੰਗਲਿਸ਼ ਬੋਲਣ ਲੱਗ ਜਾਵੇ, ਠੀਕ ਹੈ, ਪੰਜਾਬੀ ਬੰਦਾ ਇੰਗਲਿਸ਼ ਬੋਲਣ ਲੱਗ ਜਾਵੇ ਅਤੇ ਆਪਾਂ ਨੂੰ ਸਾਫ਼ ਹੀ ਪਤਾ ਲੱਗ ਜਾਂਦਾ ਹੈ ਵੀ ਇਹ ਪੰਜਾਬੀ ਹੈ। ਕਿਉਂ? ਕਿਉਂਕਿ ਉਹ ਪੰਜਾਬੀ ਦਾ ਜਿਹੜਾ ਟੱਚ ਹੈਗਾ ਉਹਦੇ ਐਕਸੈਂਟ ਵਿੱਚ ਸਾਫ਼ ਨਜ਼ਰ ਆਉਂਦਾ ਆਪਾਂ ਨੂੰ। ਠੀਕ ਹੈ, ਉਸੇ ਤਰੀਕੇ ਨਾਲ ਇੱਕ ਅੰਗਰੇਜ਼ ਹੈ ਜਿਹੜਾ, ਜੇ ਉਹ ਆ ਕੇ ਆਪਣੇ ਨਾਲ ਇੰਗਲਿਸ਼ 'ਚ ਗੱਲ ਕਰਨ ਲੱਗ ਜਾਏ ਤਾਂ ਆਪਾਂ ਨੂੰ ਕਲੀਅਰਲੀ ਪਤਾ ਲੱਗ ਜਾਂਦਾ ਉਹਦੇ ਬੋਲਣ ਦੇ ਤਰੀਕੇ ਤੋਂ ਬਈ ਇਹ ਅੰਗਰੇਜ਼ ਆ। ਠੀਕ ਹੈ, ਇਹ ਨੇਟਿਵ ਸਪੀਕਰ ਆ। ਤਾਂ ਐਕਸੈਂਟ ਕੀ ਹੁੰਦਾ ਹੈ? ਜਸਟ ਬੋਲਣ ਦਾ ਤਰੀਕਾ ਹੁੰਦਾ ਜੋ ਕਿ ਹਰ ਇੱਕ ਬੰਦੇ ਦਾ ਅਲੱਗ-ਅਲੱਗ ਹੁੰਦਾ ਹੈ। ਆਈ ਹੋਪ ਤੁਹਾਨੂੰ ਅੱਜ ਦੀ ਕਲਾਸ ਜਿਹੜੀ ਆ ਉਹ ਬਹੁਤ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ। ਠੀਕ ਹੈ, ਤਾਂ ਜੇ ਅੱਜ ਦੀ ਕਲਾਸ ਵਿੱਚ ਕੋਈ ਵੀ ਡਾਊਟ ਹੋਇਆ ਆਪਾਂ MCQs ਨਾਲ ਦੀ ਨਾਲ ਕਰਾਂਗੇ। ਜਦੋਂ ਇਹ ਟੌਪਿਕ ਖਤਮ ਹੋ ਗਿਆ MCQs ਕਰਾਂਗੇ। ਤਾਂ ਅੱਜ ਦੀ ਕਲਾਸ ਵਿੱਚ ਜੇ ਵੀ ਤੁਹਾਨੂੰ ਕੋਈ ਡਾਊਟ ਹੋਇਆ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਮੈਸੇਜ ਕਰਕੇ ਦੱਸ ਸਕਦੇ ਹੋ ਅਤੇ ਮੈਂ ਨਾਲ ਨੈਕਸਟ ਕਲਾਸ ਵਿੱਚ ਤੁਹਾਡੇ ਜਿਹੜੇ ਕੁਐਸਚਨਸ ਹੋਣਗੇ ਉਹਨਾਂ ਦੇ ਆਨਸਰ ਦੇਵਾਂਗੀ। ਦੈਨ ਆਪਾਂ ਜੋ ਹੈ ਨੈਕਸਟ ਟੌਪਿਕ ਸਟਾਰਟ ਕਰਾਂਗੇ। ਸੋ have a good day, enjoy learning and keep smiling. Bye bye.